ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਹਿਬ, a very good morning ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਬਹੁਤ ਮਿਹਰਬਾਨੀ। ਸਾਰੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ। ਕੱਲ ਦਾ ਪ੍ਰੋਗਰਾਮ ਕਾਫੀ ਜਨਤਾ ਨੇ, ਕਾਫੀ ਸਰੋਤਿਆਂ ਨੇ ਦੇਖਿਆ ਸੁਣਿਆ ਵੀ, ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਕਾਲਸ ਆਏ ਇਸ ਸੰਦਰਭ ਦੇ ਵਿੱਚ। ਤੁਹਾਨੂੰ ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਜੋ ਡੂੰਘਾਈ ਦੇ ਵਿੱਚ ਗੱਲ ਕੀਤੀ ਕੱਲ ਦੇ ਪ੍ਰੋਗਰਾਮ ਦੇ ਵਿੱਚ, ਕਾਫੀ ਲੋਕਾਂ ਦੇ ਆਈ ਹੋਪ ਇਹ ਖਾਨੇ ਪੈ ਚੁੱਕੀ ਹੋਵੇਗੀ ਕਿ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਬਰਾਬਰਤਾ ਦਾ ਹੱਕ ਮਿਲਣਾ ਤੇ ਦੇਣਾ ਵੀ ਚਾਹੀਦਾ। ਯੈਸ, ਮਿਲਿਆ ਹੋਇਆ ਪਰ ਦੇਣਾ ਬਾਕੀ ਹੈ। ਸਰਕਾਰਾਂ ਨੇ ਤਾਂ ਦਿੱਤਾ ਹੋਇਆ, ਉਹ ਤੇ ਮਤਲਬ ਇੱਕ ਪਾਲਿਸੀ ਤੁਹਾਨੂੰ ਦੇ ਹੀ ਸਕਦੇ ਆ ਨਾ। ਤੇ ਜੇ ਕੋਈ ਕੇਸ ਕੋਰਟ ਵਿੱਚ ਜਾਂਦਾ ਤੇ ਉਹ ਮਤਲਬ ਉਹਨੂੰ ਫੇਅਰ ਡੀਲ ਮਿਲਦੀ ਵੀ ਆ ਹਰ ਇੱਕ ਜੋ ਵੀ ਉੱਥੇ ਮਤਲਬ ਕੰਪਲੇਨੈਂਟ ਜਾਂਦਾ। ਪਰ ਜੇ ਹੁਣ ਕੋਈ ਕੰਪਲੇਂਟ ਹੀ ਨਾ ਕਰੇ, ਚੁੱਪ ਕਰਕੇ ਵੀ ਕਵੇ ਵੀ ਠੀਕ ਠਾਕ ਆ, ਤੇ ਫਿਰ ਤਾਂ ਕੋਈ ਕੁਛ ਨਹੀਂ ਕਰ ਸਕਦਾ। ਸੋ ਇਸ ਕਰਕੇ ਮਿਲਿਆ ਹੋਇਆ, ਦੇਣਾ ਬਾਕੀ ਹੈ। ਉਹ ਦੇਣਾ ਜਿਸ ਤਰ੍ਹਾਂ ਆਪਾਂ ਕੱਲ ਗੱਲ ਕੀਤੀ ਸੀ ਵੀ ਪੇਰੈਂਟਸ ਨੇ ਜਿਹੜੇ ਪ੍ਰਾਪਰਟੀ ਦੇ ਮਾਲਕ ਆ ਉਹਨਾਂ ਨੇ ਦੇਣਾ, ਕਿਸੇ ਜੀ ਨੇ ਬਾਹਰੋਂ ਆ ਕੇ ਨਹੀਂ ਉਹ ਦਵਾਉਣਾ, ਹਨਾ ਜੀ। ਬਿਲਕੁਲ। ਵੀ ਇਸ ਕਰਕੇ ਇਹ ਆ ਵੀ ਹਰ ਇੱਕ ਵਿਅਕਤੀ ਜਿਹੜਾ ਪ੍ਰਾਪਰਟੀ ਕਿਸੇ ਦਾ ਵੀ ਓਨਰ ਆ, ਉਹਨੇ ਡਿਸੀਜ਼ਨ ਬਣਾਉਣਾ ਆ ਵੀ ਮੇਰੇ ਗਾਂ ਜਿਹੜੇ ਬੱਚੇ ਆ ਵੀ ਉਹਨਾਂ ਦੇ ਵਿੱਚ ਇਹ ਪ੍ਰਾਪਰਟੀ ਜਿਹੜੀ ਆ ਇਹ ਡਿਵਾਈਡ ਇਕੁਅਲੀ ਹੋਵੇ, ਕਾਣੀ ਵੰਡ ਮੈਂ ਨਾ ਕਰਾਂ। ਬਿਲਕੁਲ। ਹੁਣ ਇੱਕ ਪਾਸੇ ਯਾਰ ਆਪਣੇ ਸਮਾਜ ਦੇ ਵਿੱਚ ਆਪਾਂ ਸਮਝਦੇ ਵੀ ਕਾਣੀ ਵੰਡ ਨਹੀਂ ਹੋਣੀ ਚਾਹੀਦੀ, ਇਹ ਲਈ ਗੱਲ ਆਪਾਂ ਸੁਣਦੇ ਹਾਂ ਨਾ ਵੀ ਕਾਣੀ ਵੰਡ ਨਹੀਂ ਹੋਣੀ ਚਾਹੀਦੀ, ਤੇ ਦੂਜੇ ਬੰਨੇ ਆਪਾਂ ਘਰੇ ਹੀ ਕਾਣੀ ਵੰਡ ਕਰਦੇ ਹਾਂ ਤੇ ਉਹਦਾ ਮਤਲਬ ਅਹਿਸਾਸ ਵੀ ਨਹੀਂ ਕਰਦੇ ਵੀ ਏਦਾਂ ਆਪਾਂ ਕਾਣੀ ਵੰਡ ਕਰ ਰਹੇ ਹਾਂ, ਹਨਾ। ਤੇ ਲੜਕੀਆਂ ਨੂੰ 5% ਤੇ ਲੜਕਿਆਂ ਨੂੰ 95%। ਅੱਛਾ, ਦੂਜੇ ਪਾਸੇ ਯਾਰ ਕਦੀ ਹੁਣ ਤੁਸੀਂ ਹੈਰਾਨ ਮਤਲਬ ਆਪਾਂ ਦੇਖ ਰਹੇ ਹਾਂ ਸਮਾਜ ਦੇ ਵਿੱਚ ਵੀ ਘਰਾਂ ਦੇ ਵਿੱਚ ਜੇ ਲੜਕੀਆਂ ਨਾਲ ਲੜਕਿਆਂ ਦੇ ਮੁਕਾਬਲੇ ਦੂਸਰੇ ਨੰਬਰ ਦੀਆਂ ਰੈਜ਼ੀਡੈਂਟ ਵਜੋਂ ਫੈਮਿਲੀ ਟਰੀਟ ਕਰਦੀ ਆ, ਤੇ ਕਦੀ ਭਰਾ ਬੋਲੇ ਆ ਵੀ ਇਹ ਬਹੁਤ ਮਾੜਾ ਕੰਮ ਹੈ, ਨਹੀਂ ਹੋਣਾ ਚਾਹੀਦਾ। ਕੀ ਗੱਲ ਹੈ, ਭਰਾਵਾਂ ਦੀ ਅਣਖ ਉੱਥੇ ਗੈਰਤ ਜਾਗਦੀ ਕਿਉਂ ਨਹੀਂ? ਵੀ ਮੁੰਡਿਆਂ ਨੂੰ ਮੱਖਣ ਮਲਾਈਆਂ ਤੇ ਕੁੜੀਆਂ ਨੂੰ ਸੁੱਕੀ ਰੋਟੀ, ਇਹ ਸਾਰੀਆਂ ਐਗਜ਼ਾਮਪਲਸ ਹੈਗੀਆਂ ਆ, ਸਦੀਆਂ ਤੋਂ ਚੱਲ ਰਹੀਆਂ, ਹਨਾ। ਤੇ ਕਦੀ ਭਰਾ ਬੋਲੇ ਆ, ਉਹ ਕਦੀ ਭਰਾ ਬੋਲੇ ਆ ਵੀ ਕੁੜੀਆਂ ਦਾ ਸਭ ਕੁਛ ਆਪਾਂ ਮਾਰ ਲਿਆ, ਵੀ ਕਿਉਂ ਕਰ ਲਿਆ ਏਦਾਂ ਜੀ। ਨਾਲੇ ਕਹਿੰਦੇ ਵੀ ਭਰਾ ਕੁੜੀਆਂ ਭੈਣਾਂ ਦੇ ਰਾਖੇ ਹੁੰਦੇ ਆ ਤੇ ਉਹਨਾਂ ਦੀ ਪ੍ਰੋਪਰਟੀ ਆਪ ਦੱਬ ਕੇ ਬਹਿ ਜਾਂਦੇ ਆਪਾਂ, ਹਨਾ। ਸੋ ਇਸ ਕਰਕੇ ਇਹ ਹੈ ਵੀ ਬਹੁਤ ਸਾਰੇ ਭੈਣ ਭਰਾਵਾਂ ਦਾ ਰਿਸ਼ਤਾ ਓਨਾ ਚਿਰ ਅਰਸ਼ ਬਹੁਤ ਵਧੀਆ ਚੱਲਦਾ ਜਿੰਨਾ ਚਿਰ ਭੈਣਾਂ ਸਭ ਕੁਝ ਛੱਡੀ ਰੱਖਣ। ਜੇ ਜਰਾ ਕੋਈ ਗੱਲ ਕਰੇ ਵੀ ਮੈਨੂੰ ਦੇ ਦਿਓ ਤੇ ਦੇਖੋ ਉਹਦਾ ਹਾਲ ਕੀ ਹੁੰਦਾ ਜੀ। ਅੱਛਾ, ਜੇ ਕੁੜੀ ਨੇ ਹੱਕ ਮੰਗ ਲਿਆ ਤੇ ਉਹਦੀ ਬਦਨਾਮੀ ਹੋ ਗਈ, ਲਓ ਜੀ ਉਹਨੇ ਤਾਂ ਹੱਕ ਮੰਗ ਲਿਆ। ਤੇ ਜੇ ਭਰਾਵਾਂ ਨੇ ਦੱਬ ਲਿਆ ਤੇ ਉਹਦੀ ਕੋਈ ਗੱਲ ਨਹੀਂ। ਸੋ ਇਸ ਕਰਕੇ ਅਸੀਂ ਜ਼ਿੰਦਗੀ 'ਚ ਕਾਣੀ ਵੰਡ ਨਹੀਂ ਕਰਨਾ ਚਾਹੁੰਦੇ ਤੇ ਇਹਦੀ ਸ਼ੁਰੂਆਤ ਘਰੋਂ ਕਰਨੀ ਪੈਣੀ ਹੈ। ਬਿਲਕੁਲ ਬਿਲਕੁਲ। ਬਾਹਰੋਂ ਨਹੀਂ ਕਿਤੇ ਉਹ ਵੀ ਸਾਡੇ ਨਾਲ ਕਾਣੀ ਵੰਡ ਨਾ ਹੋਵੇ ਤੇ ਅਸੀਂ ਆਪ ਕਰੀ ਜਾਈਏ। ਸੋ ਇਸ ਕਰਕੇ ਭੈਣ ਭਰਾਵਾਂ ਨੇ ਕੱਲ ਦੇ ਬਹੁਤ ਇਮੋਸ਼ਨਲ ਵੀ ਹੋਏ, ਬਹੁਤ ਜ਼ਿਆਦਾ ਕਾਲਸ ਅਸੀਂ ਰਿਸੀਵ ਕੀਤੀਆਂ ਨੇ ਜੀ, ਔਰ ਬੜਾ ਵੈਲ ਰਿਸੀਵਡ ਇਹ ਪ੍ਰੋਗਰਾਮ ਰਿਹਾ ਜੀ। ਔਰ ਅਸੀਂ ਪ੍ਰੋਗਰਾਮ ਕਰਕੇ ਹੀ ਸੰਤੁਸ਼ਟ ਨਹੀਂ ਹੋਣਾ ਚਾਹੁੰਦੇ। ਨਹੀਂ, ਬਿਲਕੁਲ ਅਮਲ ਕਰਨਾ ਚਾਹੁੰਦੇ ਹੋਣਾ ਚਾਹੁੰਦੇ ਆ ਸੰਤੁਸ਼ਟ ਵੀ। ਜੇ ਇੱਕ ਵੀ ਕਿਸੇ ਪਿਤਾ ਦੀ ਕਿਸੇ ਮਾਤਾ ਦੀ ਅਣਖ ਗੈਰਤ ਜਾਗ ਜਵੇ ਤੇ ਮੈਂ ਲੜਕੇ ਤੇ ਲੜਕੀ ਨੂੰ ਬਰਾਬਰ ਦੇ ਜੀ ਘਰ ਵਿੱਚ ਸਮਝਣਾ, ਜਿਹੜੇ ਅੱਜ ਤੱਕ ਕੱਲ ਤੱਕ ਨਹੀਂ ਸੀ ਸਮਝ ਰਹੇ, ਫਰਜ਼ ਕੀਤਾ ਜੀ। ਵੀ ਜੇ ਕਿਸੇ ਦੀ ਵੀ ਅਣਖ ਗੈਰਤ ਜਾਗ ਜਾਵੇ ਵੀ ਮੈਂ ਅਨਫੇਅਰਨੈਸ ਆਪਣੀ ਫੈਮਿਲੀ 'ਚ ਇਹਨੂੰ ਅੱਜ ਤੋਂ ਤਿਲਾਂਜਲੀ ਦਿੰਦਾ, ਸਾਡਾ ਪ੍ਰੋਗਰਾਮ ਤਾਂ ਅੱਜ ਸਫਲ ਹੈ। ਸੋ ਇਸ ਕਰਕੇ ਭੈਣ ਭਰਾ ਦੇਖੋ, ਇਸ ਤਰ੍ਹਾਂ ਹੈ, ਇਹ ਨੀ ਗਾ ਵੀ ਕਿਸੇ ਨੂੰ ਪਤਾ ਨੀ ਗਾ, ਹਨਾ। ਦੂਸਰੇ ਪਾਸੇ ਹਰ ਤਰ੍ਹਾਂ ਦੀ ਧਾਂਦਲੀ ਦੇ ਖਿਲਾਫ ਜਾਣੀ ਜਦੋਜਹਿਦ ਕਰਦਿਆਂ ਸਾਲਾਂ ਤੋਂ ਜਾਣੀ ਮੈਂ ਇਹ ਐਕਸਪੀਰੀਅੰਸ ਕੀਤਾ ਵੀ ਜਦੋਂ ਤੁਸੀਂ ਕਿਸੇ ਇਨਜਸਟਿਸ ਦੇ ਕਿਸੇ ਗਲਤ ਵਰਤਾਰੇ ਦੇ ਖਿਲਾਫ ਬੋਲਦੇ ਹੋ, ਆਵਾਜ਼ ਉਠਾਉਂਦੇ ਹੋ, ਤੇ ਸਮਾਜ ਭੈਣ ਭਰਾ ਤਾਂ ਚਾਹੁੰਦੇ ਹੁੰਦੇ ਪਰ ਉਹਨਾਂ 'ਚ ਦਮ ਹੌਸਲਾ ਕਈ ਵਾਰੀ ਉਹ ਬੋਲ ਨਹੀਂ ਪਾਉਂਦੇ, ਨਹੀਂ ਪਾਉਂਦੀਆਂ, ਬੋਲ ਨਹੀਂ ਪਾਉਂਦੀਆਂ। ਹੁਣ ਉਹ ਭੈਣਾਂ ਇੱਥੇ ਲੜਕੀਆਂ ਬਰੈਂਪਟਨ 'ਚ ਜਿਨ੍ਹਾਂ ਦੇ ਪੇਰੈਂਟਸ ਨੇ ਫਾਰਮ ਤਾਂ ਵੇਚ ਦਿੱਤੇ ਪਰ ਉਹਨਾਂ ਦਾ ਪ੍ਰੋਫਿਟ ਮੁੰਡਿਆਂ 'ਚ ਵੰਡਤਾ, ਕੁੜੀਆਂ ਨੂੰ ਛੱਡਤਾ। ਹੁਣ ਉਹ ਬੋਲ ਤੇ ਰਹੀਆਂ ਪਰ ਘਰ ਦੇ ਵਿੱਚ ਨਹੀਂ ਕਹਿ ਸਕਦੀਆਂ ਵੀ ਇਹਨਾਂ ਨੇ ਸਾਨੂੰ ਦੁਰਕਾਰ ਦੇਣਾ, ਬਾਅਦ 'ਚ ਰਿਸ਼ਤਾ ਖਤਮ ਹੋ ਜਾਣਾ। ਆਇਆ ਗੱਲ ਵੀ ਭਰਾਵਾਂ ਦਾ ਰਿਸ਼ਤਾ ਤਾਂ ਚੱਲਣਾ ਜੇ ਭੈਣਾਂ ਸਭ ਕੁਝ ਛੱਡੀ ਰੱਖੂਗੀਆਂ। ਇਹ ਇੱਕ ਤੱਥ ਹੈ, ਇੱਕ ਸੱਚਾਈ ਹੈ। ਸੋ LMIA 'ਚ ਵੀ ਮੈਂ ਏਦਾਂ ਹੀ ਦੇਖਿਆ ਵੀ ਜਦੋਂ ਤੁਸੀਂ ਕਿਸੇ
ਮਤਲਬ ਗਲਤ ਵਰਤਾਰੇ ਦੇ ਖਿਲਾਫ ਆਵਾਜ਼ ਉਠਾਉਂਦੇ ਆ ਨਾ, ਤੇ ਸਰਕਾਰ ਕਹਿ ਨਹੀਂ ਸਕਦੀ ਵੀ ਇਹਨੂੰ ਅਸੀਂ ਚੱਲਦਾ ਰੱਖਣਾ, ਉਹਨਾਂ ਨੂੰ ਬਦਲਣਾ ਹੀ ਪੈਣਾ, ਤੇ ਬਦਲਣਾ ਪਿਆ ਭਾਵੇਂ 4 ਸਾਲ ਲੱਗ ਗਏ। ਜੀ ਬਿਲਕੁਲ ਬਿਲਕੁਲ। ਏਦਾਂ ਹੀ ਆ, ਗੁਰੂ ਨਾਨਕ ਦੇਵ ਜੀ ਦਾ ਸਾਈਨ ਸੀਗਾ, ਭਾਵੇਂ 4 ਸਾਲ ਲੱਗ ਗਏ, ਕਿਉਂਕਿ ਗਲਤ ਸੀ, ਆਵਾਜ਼ ਆਪਾਂ ਉਠਾਉਂਦੇ ਰਹੇ ਤੇ ਉਹ ਸਹੀ ਜਗ੍ਹਾ ਤੇ ਲੱਗ ਗਿਆ। ਭਾਵੇਂ $16,000 ਚਲੋ ਅਰੇਂਜ ਕਰਨੇ ਪੈ ਗਏ, ਸੰਗਤ ਬੜੀ ਮਹਾਨ ਹੈ, ਸਭ ਕੁਝ ਹੋ ਗਿਆ ਜੀ। ਕਹਿਣ ਦਾ ਮਤਲਬ ਇਹ ਆ ਵੀ ਜੇ ਇਹ ਕੁੜੀ ਤੇ ਮੁੰਡੇ ਦਾ ਵੀ ਇਨ ਇਕੁਐਲਿਟੀ ਘਰਾਂ ਦੇ ਵਿੱਚ ਹੈਗੀ ਆ, ਇਹਦੇ ਵਾਸਤੇ ਬੋਲਣ ਲਈ ਹੌਸਲਾ ਹੀ ਚਾਹੀਦਾ। ਹਰ ਇੱਕ ਪੇਰੈਂਟ, ਹਰ ਇੱਕ ਮਾਪਾ, ਹਰ ਇੱਕ ਪਿਓ, ਹਰ ਇੱਕ ਮਾਂ ਆਪੇ ਹੀ ਇਹਨੂੰ ਘਰਾਂ 'ਚ ਠੀਕ ਕਰ ਸਕਦੇ। ਵੈਸੇ ਤੇ ਕਿਸੇ ਨੂੰ ਦਖਲ ਦੇਣ ਦੀ ਲੋੜ ਹੀ ਨਹੀਂ। ਬਿਲਕੁਲ, ਅਦਾਲਤ ਵਿੱਚ ਕਿਸੇ ਨੂੰ ਜਾਣ ਦੀ ਲੋੜ ਹੀ ਨਹੀਂ। ਮੈਂ ਸਮਝਦਾ ਵੀ ਜਿਹੜੇ ਭਰਾ ਨੂੰ ਲੱਗਦਾ ਵੀ ਮੇਰਾ ਹੱਕ ਨਹੀਂ ਮਰਨਾ ਚਾਹੀਦਾ, ਤੇ ਉਹ ਇਹ ਕਿਉਂ ਨਹੀਂ ਸੋਚਦਾ ਵੀ ਮੇਰੀ ਭੈਣ ਦਾ ਵੀ ਨਹੀਂ ਮਰਨਾ ਚਾਹੀਦਾ? ਉਹ ਰੱਖੜੀ ਵਾਲੇ ਦਿਨ ਨਹੀਂ ਸੋਚ ਲਵੇ, ਰੱਖੜੀ ਬਣਾ ਲਈ ਵੀ ਭੈਣ ਦੀ ਰਾਖੀ ਮੈਂ ਕਰਨੀ ਆ, ਤੇ ਹੱਕ ਉਹਦਾ ਦੱਬ ਕੇ ਬੈਠੇ ਆ। ਸੋ ਤਦ ਕਰਕੇ ਆ ਇਹ ਬੜੀਆਂ ਗੱਲਾਂ ਕੱਲ ਹੋ ਗਈਆਂ ਸਾਰੀਆਂ, ਬਟ ਇਹਦੇ ਬਾਵਜੂਦ ਇਹ ਆ ਵੀ ਗੱਲ ਇਹ ਆ ਵੀ ਜੇ ਕਹੀ ਗਈ ਗੱਲ ਨੂੰ ਸੁਣਨ ਦਾ ਹੌਸਲਾ ਹੋਵੇ ਤੇ ਮੰਨਣ ਦਾ ਉਪਰਾਲਾ ਕਰ ਲਈਏ। ਇਸ ਦੁਖਾਂਤ ਦਾ ਹੱਲ ਕਿਤੇ ਬਾਹਰ ਨਹੀਂ, ਘਰਾਂ ਦੇ ਆਪਣੇ ਹੀ ਮਨਾਂ ਦੇ ਹਰ ਭੈਣ ਭਰਾ ਦੇ ਅੰਦਰ ਹੈ, ਤੇ ਜੇ ਬਾਹਰ ਕੱਢ ਲਵੇ ਤੇ ਸਭ ਕੁਝ ਠੀਕ ਹੋ ਸਕਦਾ ਜੀ। ਸਾਡੇ ਨਾਲ ਕਾਲਰ ਨੇ ਜੀ, ਅਸੀਂ ਇੱਕ ਕਾਲ ਲੈਣੇ, ਉਸ ਤੋਂ ਬਾਅਦ ਫਿਰ ਰੈਗੂਲਰ ਨਿਊਜ਼ ਵੀ ਸਾਂਝੀ ਕਰਨੀ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਪਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਮਨਜੀਤ ਬੋਲਦਾ ਜੀ। ਕੱਲ ਮੈਨੂੰ ਅਸਲੀ ਲਾਈਨ ਕਾਲ ਕੀਤੀ ਪਰ ਸ਼ੁਰੂ ਨਹੀਂ ਹੋ ਸਕੀ, ਫਿਰ ਮੈਂ ਟੈਕਸਟ ਭੇਜੇ ਜੀ ਉਹਨਾਂ ਨੂੰ, ਆਪਣੇ ਵੱਲੋਂ ਮਨਜੀਤ ਮੇਰਾ ਨਾਮ ਜੀ, ਵੈਲਕਮ। ਤੇ ਜਿਹੜੀ ਇਹਨਾਂ ਨੇ ਗੱਲ ਤੋਰੀ ਆ ਨਾ, ਇਹ ਤਾਂ ਬਹੁਤ ਦੇਰ ਪਹਿਲਾਂ ਚੱਲਣੀ ਚਾਹੀਦੀ ਸੀ, ਕਿਸੇ ਨੇ ਹੌਸਲਾ ਤਾਂ ਕੀਤਾ ਘੱਟੋ ਘੱਟ ਗੱਲ ਕਰਨ ਦਾ। ਸਾਡੀਆਂ ਤਾਂ ਬੱਚੀਆਂ ਨਾਲ ਮਾਵਾਂ ਨਾਲ ਇੱਥੋਂ ਤੱਕ ਵੀ ਤੱਕ ਉਹਨੂੰ ਮੰਦਿਰਾਂ ਦੇ ਵਿੱਚ ਵੀ ਜਗ੍ਹਾ ਨਹੀਂ ਦਿੱਤੀ ਜਾਂਦੀ, ਨਾ ਸੇਵਾ ਕਰਨ ਤੱਕ ਵੀ। ਕਿਹੜੇ ਧਰਮ ਦੀ ਗੱਲ ਕਰਦੇ, ਹਰੇਕ ਤੇ ਇਹੀ ਹਾਲ ਆਪਣੇ 'ਚ ਵੀ ਆ। ਤੁਹਾਡੇ ਡੈਡ ਨੇ ਵੀ ਇੱਕ ਵਾਰ ਗੱਲ ਲਿਆਂਦੀ ਸੀ ਰੇਡੀਓ ਤੇ, ਇਹ ਪੁਰਾਣੀ ਗੱਲ ਆ 5-6 ਸਾਲ ਦੀ, ਉਦੋਂ ਵੀ ਉਹਨਾਂ ਨੇ ਕਾਲ ਕੀਤੀ ਸੀਗੀ। ਸਰਵਿੰਦਰ ਬੱਚੀਆਂ ਲੇਡੀ ਨੂੰ ਕੋਈ ਥਾਂ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਜੀ ਜੀ ਜੀ। ਹਾਲਾਂਕਿ ਜਿਹਨੇ ਮੰਦਿਰ ਬਣਾਇਆ ਉਹਨੂੰ ਸੱਜਣ ਵਾਲੀ ਮਾਂ ਵਾ, ਜਿਹਨੇ ਕਿਤੇ ਮੰਦਿਰ ਸਾਹਿਬ ਬਣਾਇਆ ਵਾ, ਉਹ ਵੀ ਕਿਸੇ ਮਾਂ ਦੇ ਬੱਚੇ ਸੀਗੇ ਨਾ। ਤੇ ਦੂਜੀ ਗੱਲ ਹੈਗੀ ਆ, ਇਹਨਾਂ ਨੂੰ ਸਰਕਾਰ ਦੀ ਜਾਂਦਾ, ਕਹਿੰਦੇ ਜੀ ਦਾਜ ਦੇਣਾ ਪੈਂਦਾ, ਇਹਦੀ ਗਲਤੀ ਹੋ ਜਾਂਦੀ, ਇਹਨਾਂ ਤੋਂ ਵੀ ਗਾਹੇ ਵਾਹੇ ਦੀ ਬਦਨਾਮੀ ਹੁੰਦੀ ਆ। ਅੱਜ ਦੇ ਚੋਰੀਆਂ, ਕਾਰਾਂ ਦੀ ਚੋਰੀਆਂ, ਡਰੱਗ ਵਿਕਦੇ ਆ, ਜਾਂ 30 ਲੱਖ ਕੁੜੀਆਂ ਨੂੰ ਦਾਜ ਮਿਲ ਰਿਹਾ ਜੀ, ਉਹ ਜਿਹਦੇ ਬੇਸ ਤੇ ਕੁੜੀਆਂ ਨੂੰ ਸੈਫਟੀ ਦੀ ਕੀਤਾ, ਕੀ ਉਹਨਾਂ ਦੀ ਭਰੂਣ ਹੱਤਿਆ ਹੋਈ ਆ ਕਦੇ ਮੁੰਡਿਆਂ ਦੀ? ਇੱਕ ਵੀ ਐਗਜ਼ਾਮਪਲ ਮੈਨੂੰ ਕੋਈ ਦੇ ਦੇਵੇ ਨਾ ਵੀ ਕਿਸੇ ਮੁੰਡੇ ਦੀ ਭਰੂਣ ਹੱਤਿਆ ਹੋਈ ਹੋਵੇ, ਵੀ ਕਿਉਂਕਿ ਕੱਲ ਮਾੜੇ ਕੰਮ ਕਰੂਗਾ, ਤੁਹਾਨੂੰ ਮਿਲਣੀ ਨਹੀਂ ਕਿਤੋਂ। ਪਰ ਇਹਨਾਂ ਬੱਚਿਆਂ ਦਾ ਹਾਲੇ ਵੀ ਹੋ ਰਿਹਾ। ਇਹਨਾਂ ਨੇ ਬਹੁਤ ਵਧੀਆ ਟੌਪਿਕ ਚੱਕਿਆ ਹੈਗਾ, ਆਪਣੇ ਸਪੋਰਟ ਕਰਨੀ ਬਣਦੀ, ਜਿੰਨੀ ਵੀ ਹੋ ਸਕੇ ਬਾਅਦ ਵਿੱਚ ਸਪੋਰਟ ਕਰਨੀ ਬਣਦੀ ਕਿਸੇ ਵੀ ਢੰਗ ਨਾਲ ਜੀ। ਥੈਂਕ ਯੂ ਸੋ ਮਚ ਸਾਡੇ ਉਦਮ ਲਈ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ। ਜਲ ਸਾਹਿਬ ਅਰਸ਼, ਦੇਖੋ ਵੀ ਇਹਨਾਂ ਨੇ ਦੇਖੋ ਇਸੇ ਕਰਕੇ ਆਪਾਂ ਚੀਜ਼ਾਂ ਰਿਪੀਟ ਕਰਦੇ ਰਹਿੰਦੇ ਹਨਾ। ਬਿਲਕੁਲ, ਵੀ ਜੇ 4-4 ਸਾਲ ਸਰਕਾਰ ਨਾਲ ਜੂਝਦਿਆਂ ਲੱਗ ਸਕਦੇ ਆ, 4-4 ਸਾਲ ਮਤਲਬ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਨਾਲ ਜੂਝ ਸਕਦੇ ਆ, ਤੇ ਕਮਿਊਨਿਟੀ ਨਾਲ ਵੀ ਏਦਾਂ ਜੂਝ ਹੀ ਸਕਦੇ ਆ ਵੀ ਤੁਹਾਡੇ ਭਾਈ ਸਾਹਿਬ ਆਪਾਂ ਆਪਣਾ ਆਪ ਵੀ ਠੀਕ ਕਰੀਏ। ਤੇ ਆਪਾਂ ਤੇ ਰੱਖੜੀ ਵਾਲੇ ਦਿਨ ਕਿੰਨੀ ਵਿਸਥਾਰ ਤੇ ਗੱਲਾਂ ਕੀਤੀਆਂ ਸੀ। ਬਿਲਕੁਲ 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 ਯਾਦ ਹੈ। ਆਪਾਂ ਇਹ ਤੋਂ ਪਹਿਲਾਂ ਇਹ ਲੜਕੀ ਤੇ ਲੜਕੀ ਦੇ ਇਨ ਡਿਫਰੈਂਸ ਬਾਰੇ ਘਰਾਂ ਦੇ ਵਿੱਚ ਕਿੰਨੀ ਵਾਰੀ ਪ੍ਰੋਗਰਾਮਾਂ 'ਚ ਗੱਲ ਕਰ ਚੁੱਕੇ, ਪਰ ਭੈਣ ਭਰਾ ਕਿਉਂਕਿ ਸਾਰੇ ਇੱਕ ਵਾਰ ਜੁੜੇ ਨਹੀਂ ਹੁੰਦੇ, ਸਾਨੂੰ ਬਾਰ-ਬਾਰ ਕਰਦੇ ਰਹਿਣਾ ਪੈਂਦਾ। ਬਿਲਕੁਲ, ਇਹ ਤਾਂ ਹੁਣ ਕੁਦਰਤ ਮਹਾਰਾਜ ਦਾ ਵਰਤਾਰਾ ਵੀ ਉਹ ਰਾਜਸਥਾਨ ਦੇ ਵਿੱਚ ਮਾਂ ਨੇ 5 ਆਪਣੀਆਂ ਬੇਟੀਆਂ ਨੂੰ ਲੈ ਕੇ ਖੂਹ 'ਚ ਛਾਲ ਮਾਰੀ, ਕਰਦੇ ਆਪਣੇ ਤਾਨਿਆਂ ਮਿਹਣਿਆਂ ਤੋਂ ਅੱਕ ਕੇ, ਤਾਂ ਚਲੋ ਇਹ ਇੱਕ ਰੀਜ਼ਨ ਬਣ ਗਿਆ। ਪਰ ਅਸੀਂ ਸਾਲ 'ਚ ਇੱਕ ਤੋਂ ਜ਼ਿਆਦਾ ਵਾਰ ਇਹ ਗੱਲ ਕਰਦੇ ਆ ਤੇ ਕਰੀ ਜਾਣੀ ਆ, ਕਰੀ ਜਾਣੀ, ਅਸੀਂ ਤਾਂ ਨਹੀਂ ਛੱਡਦੇ ਹਾਂਜੀ। ਇਸ ਕਰਕੇ ਉਹਦੇ ਨਾਲ 2-4 ਦੇਖੋ ਸਿਆਣੇ ਸਾਡੇ ਕਹਿੰਦੇ ਵੀ ਪੱਥਰ ਤੇ ਵੀ ਪਾਣੀ ਪਾਉਂਦੇ ਰਹੋ ਤੇ ਕਿਤੇ ਨਿਸ਼ਾਨ ਪੈ ਜਾਂਦਾ। ਇਹ ਹੁਣ ਸਾਲੋ ਸਾਲ ਮੈਂ ਤੇ ਵਰਤਾਰਿਆਂ ਤੇ ਪਾਣੀ ਪਾਪਾ ਦੇਖਿਆ ਵੀ ਨਿਸ਼ਾਨ ਅਖੀਰ ਤੇ ਪੈਂਦਾ ਜ਼ਰੂਰ ਹੈ। ਐਗਜ਼ਾਮਪਲ ਮੈਂ ਹੱਥਾਂ ਤੇ ਸਰੋਂ ਜਮਾਈ ਹੋਈ ਮਤਲਬ ਪੇਸ਼ ਕਰ ਸਕਦਾ, ਪ੍ਰੂਵ ਕਰ ਸਕਦਾ ਕਿ ਪੱਥਰ ਪਾਣੀ ਪਾਉਂਦੇ ਰਹੋ ਤੇ ਨਿਸ਼ਾਨ ਪੈਂਦਾ ਜ਼ਰੂਰ ਹੈ। ਇਹਦੇ ਤੇ ਵੀ ਪਾਉਂਦੇ ਰਵਾਂਗੇ। ਜੋਲ ਸਾਹਿਬ, ਬਿਫੋਰ ਵੀ ਕੰਟੀਨਿਊ ਵਿਦ ਦ ਨਿਊਜ਼, ਕੁਝ ਕਲੈਰੀਫਿਕੇਸ਼ਨ ਸਾਡੇ ਸਰੋਤੇ ਵੀ ਜਾਣਦੇ ਮੰਗਣਾ ਚਾਹੁੰਦੇ ਨੇ, ਤੇ ਮੈਂ ਵੀ ਮੰਗਣਾ ਚਾਹੁੰਦਾ ਕਿ ਬਹੁਤ ਸਾਰੇ ਜਿਹੜੇ ਇੱਥੋਂ ਭਾਰਤ ਜਾ ਰਹੇ ਨੇ, ਇੰਡੀਆ ਜਾ ਰਹੇ ਨੇ ਐਜ਼ ਅ ਵੈਕੇਸ਼ਨ ਜਾਂ ਵਿਆਹ ਸ਼ਾਦੀ ਵਟਐਵਰ ਇਟ ਇਜ਼, ਉੱਥੇ ਜਿਹੜੇ ਕੋਵਿਡ ਟੈਸਟ ਹੁੰਦੇ ਨੇ, ਕੁਛ ਪੈਸੇ ਦੇ ਕੇ ਤੁਸੀਂ ਐਕਸਪ੍ਰੈਸ ਵੀ ਕਰਾ ਸਕਦੇ ਹੋ, ਤੇ ਜੇ ਨਹੀਂ ਕਰਨਾ ਚਾਹੁੰਦੇ ਤੁਸੀਂ ਕੁਛ ਪੈਸੇ ਦੇ ਕੇ 6 ਘੰਟੇ ਤੁਹਾਨੂੰ ਵੇਟ ਕਰਨਾ ਪਵੇਗਾ। ਭਾਵ ਜੋ ਮੇਨ ਗੱਲ ਇਹ ਕਿ ਤੁਹਾਨੂੰ ਜਦੋਂ ਘਰ ਵਾਪਸ ਜਾਣਾ ਆ ਉਹ ਟੈਸਟ ਤੋਂ ਬਾਅਦ ਕੀ ਤੁਹਾਨੂੰ ਉੱਥੇ ਕੁਆਰੰਟੀਨ ਕਰਨਾ ਪਵੇਗਾ ਕਿ ਯੂ ਆਰ ਫ੍ਰੀ ਟੂ ਗੋ?
ਇੰਡੀਆ ਦੇ ਵਿੱਚ ਦੇਖੋ ਜੀ ਵੀ ਜਦੋਂ ਤੁਸੀਂ ਨੈਗੇਟਿਵ ਹੋਗੇ ਤਾਂ ਉਹ ਕਹਿੰਦੇ ਆ ਵੀ ਤੁਸੀਂ ਰਿਜ਼ਲਟ ਆਉਣ ਤੱਕ ਜਾਂ ਵੀ ਜਾਣੀ ਕਿ ਅਗਲੇ 7 ਦਿਨ ਪ੍ਰੀਕਾਸ਼ਨਰੀ ਘਰ ਦੇ ਵਿੱਚ ਰਹਿਣਾ, ਮਤਲਬ ਕੁਆਰੰਟੀਨ ਤਾਦ ਨਹੀਂ ਕਰਨਾ ਪੈਣਾ ਜੇ ਤੁਸੀਂ ਵੈਕਸੀਨੇਟ ਹੋਏ ਹੋ ਆ ਤੇ ਟੈਸਟ ਤੁਹਾਡਾ ਨੈਗੇਟਿਵ ਆ ਜੀ। ਪਰ ਜੇ ਵੀ ਤੁਹਾਡਾ ਟੈਸਟ ਨੈਗੇਟਿਵ ਨਹੀਂ ਗਾ ਤੇ ਫਿਰ ਉਹ ਆਪਣੀ ਦੇਖ ਰੇਖ ਹੇਠ ਤੁਹਾਨੂੰ ਕੁਆਰੰਟੀਨ 'ਚ ਰੱਖ ਸਕਦੇ ਆ ਜਿੰਨਾ ਚਿਰ ਤੁਸੀਂ ਠੀਕ ਹੋ ਜਾਓ। ਸੋ ਵੀ ਨੈਗੇਟਿਵ ਵਾਲਿਆਂ ਨੂੰ, ਵੈਕਸੀਨੇਟ ਹੋਏ ਲੋਕਾਂ ਨੂੰ ਇਹ ਪ੍ਰੋਬਲਮ ਨਹੀਂ ਹੈਗੀ, ਪਰ ਜਿਹੜੇ ਲੋਕ ਮਤਲਬ ਨਹੀਂ ਨੈਗੇਟਿਵ ਹੈਗੇ ਜਾਂ ਵੈਕਸੀਨੇਟ ਨਹੀਂ ਹੋਏ ਹੋ ਸਪੈਸ਼ਲੀ, ਉਹਨਾਂ ਨੂੰ ਤਾਂ ਕੈਨੇਡਾ ਵੀ ਨਹੀਂ ਛੱਡ ਰਹੇ ਨਾ, ਉਹ ਕੈਨੇਡਾ ਵੀ ਆਪਣੇ ਦੇਸ਼ ਉਹਨਾਂ ਨੂੰ ਰਹਿਣਾ ਪੈਂਦਾ ਕੁਆਰੰਟੀਨ ਦੇ ਵਿੱਚ। ਸੋ ਇਹ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਹੀ ਇੱਦਾਂ ਆ ਵੀ ਜੇ ਕੋਈ ਵਿਅਕਤੀ ਉੱਥੇ ਜਾ ਕੇ ਪੋਜ਼ੀਟਿਵ ਟੈਸਟ ਹੋ ਜਾਏ ਤੇ ਉਹਦਾ ਫਿਰ ਉਹਨਾਂ ਨੂੰ ਖਿਆਲ ਰੱਖਣਾ ਪੈਂਦਾ ਕਿ ਕਮਿਊਨਿਟੀ ਸਪਰੈਡ ਜਿਹੜੀ ਨਾ ਹੋਵੇ ਜੀ। ਆਲਰਾਈਟ ਜੌਲ ਸਾਹਿਬ, ਸੋ ਆਓ ਫਿਰ ਗੱਲਬਾਤ ਕਰੀਏ ਜੋ ਇੱਕ ਗੰਦਾ ਜਾਂ ਇੱਕ ਹੋਰ ਵੇਰੀਐਂਟ ਬਾਹਰ ਘੁੰਮਦਾ ਹੈ ਤੇ ਕਈ ਸਾਡੇ ਕੈਨੇਡੀਅਨਸ ਨਹੀਂ ਪਤਾ ਹੋਵੇਗਾ ਜਦੋਂ ਉਹ ਗਏ ਹੋਣੇ ਵੇਕੇਸ਼ਨ ਕੱਟਣ ਜਾਂ ਆਪਣੇ ਕੋਈ ਫੈਮਿਲੀ ਮੈਂਬਰ ਜਾਂ ਦੋਸਤ ਨੂੰ ਮਿਲਣ। ਅਫਰੀਕਾ ਦੇ ਵਿੱਚ ਜਿਹੜੇ ਕੈਨੇਡੀਅਨਸ ਨੇ ਉਹ ਜਿਹੜੇ ਸਟਕ ਨੇ ਉਹਨਾਂ ਦਾ ਕੀ ਹੱਲ ਕੀਤਾ ਜਾ ਰਿਹਾ ਸਰਕਾਰ ਵੱਲੋਂ? ਆਹ ਦੇਖੋ ਜੀ, ਅਸੀਂ ਇਸ ਤਰ੍ਹਾਂ ਵੀ ਇੱਕ ਵਾਰੀ ਨਾ ਭੌਂਚਲੀ ਜੀ ਪੈ ਗਈ ਸੀ ਕਹਿ ਲਓ ਵੀ ਜਦੋਂ ਇਹ 26 ਨਵੰਬਰ ਤੋਂ ਗੱਲਬਾਤ ਸ਼ੁਰੂ ਹੋ ਗਈ ਵੀ ਨਵਾਂ ਵੇਰੀਐਂਟ ਆ ਗਿਆ ਜੀ, ਇਹ ਤੇ ਦੁਬਾਰਾ ਫਿਰ ਹੇਠਲੀ ਉੱਤੇ ਆ ਜਾਣੀ ਹੈ, ਜਿੱਥੋਂ ਚੱਲੇ ਸੀ ਉੱਥੇ ਪਹੁੰਚ ਜਾਵਾਂਗੇ, ਵੈਕਸੀਨ ਇੱਥੇ ਕੰਮ ਨਹੀਂ ਕਰੂਗੀ, ਤਰ੍ਹਾਂ ਤਰ੍ਹਾਂ ਦਾ ਮਤਲਬ ਪੂਰਾ ਇੱਕ ਵਾਰੀ ਸਾਰਾ ਵਰਲਡ ਜਿਹੜਾ ਉਹ ਡਰ ਗਿਆ ਸੀ ਦੁਬਾਰਾ ਨਾ। ਫਿਰ ਆਪਾਂ ਦੇਖਿਆ ਵੀ ਸਟਾਕ ਐਕਸਚੇਂਜ ਜਿਹੜੀ ਉਹ ਵੀ ਡੁੱਬਣੀ ਜੀ ਸ਼ੁਰੂ ਹੋ ਗਈ ਜਿੱਦਾਂ ਪਿਛਲੇ ਸਾਲ ਹੋਇਆ ਸੀ ਮਾਰਚ ਅਪ੍ਰੈਲ ਦੇ ਵਿੱਚ। ਪਰ ਫਿਰ ਉਹ ਕੁੱਲ ਮਿਲਾ ਕੇ ਜਾਣੀ ਹੁਣ ਹੌਲੀ ਹੌਲੀ ਹੌਸਲਾ ਜਿਹਾ ਆਉਣ ਲੱਗਾ ਦੁਬਾਰਾ ਵੀ ਜਿਹੜੇ ਸਾਇੰਟਿਸਟ ਆ ਉਹ ਚੁੱਪ ਜੇ ਤਾਂ ਕਰ ਗਏ, ਪਰ ਇੰਨਾ ਇਸ਼ਾਰਾ ਕਿਤੇ ਦੇ ਦਿੰਦੇ ਆ ਵੀ ਨਹੀਂ ਓਨਾ ਖਤਰਨਾਕ ਨਹੀਂ ਹੈ, ਮਾਈਲਡ ਸਿੰਪਟਮਸ ਹੀ ਆਉਂਦੇ ਆ ਵੀ ਅਜੇ ਵੀ ਡੈਲਟਾ ਹੀ ਸਭ ਤੋਂ ਜ਼ਿਆਦਾ ਖਤਰਨਾਕ ਹੈ। US ਸਾਇੰਟਿਸਟ ਵੀ ਇੱਦਾਂ ਮੰਨਣ ਲੱਗ ਗਏ ਆ ਤੇ ਕੁੱਲ ਮਿਲਾ ਕੇ ਜਾਣੀ ਕਿ ਹੁਣ ਜਿੰਨੇ ਕੁ ਵੀ ਪੋਜ਼ੀਟਿਵ ਟੈਸਟ ਹੋਏ ਵੀ ਆ, ਭਾਵੇਂ ਕਿ ਇੱਥੇ ਸਾਡੇ ਤਾਂ ਸਕੂਲ ਦੇ ਵਿੱਚ ਵੀ ਇੱਕ ਓਮਿਕਰੋਨ ਦਾ ਆ ਚੁੱਕਾ ਆਪਣਾ ਕੇਸ, ਤੇ ਉਹਨਾਂ ਜਾਣੀ ਇਹਨੂੰ ਸੀਰੀਅਸਲੀ ਨਹੀਂ ਮੰਨਿਆ ਗਿਆ ਜਿਨ੍ਹਾਂ ਦੇ ਵਿੱਚ ਆਏ ਵੀ ਆ ਸਿੰਪਟਮਸ ਵੀ ਓਮਿਕਰੋਨ ਦੇ ਪੋਜ਼ੀਟਿਵ ਵੀ ਹੋਏ ਨੇ, ਵੀ ਉਹਨਾਂ ਦੇ ਵਿੱਚ ਕੋਈ ਅਦਰਵਾਈਜ਼ ਇੱਦਾਂ ਦਾ ਕੋਈ ਸੀਰੀਅਸ ਇਸ਼ੂ ਨਹੀਂ ਹੋਇਆ ਜਿਹਦੇ ਕਰਕੇ ਸਮਝਿਆ ਜਾਵੇ ਵੀ ਵਾਕਈ ਇਹ ਤਾਂ ਸਭ ਤੋਂ ਜ਼ਿਆਦਾ ਖਤਰਨਾਕ ਆ। ਪਰ ਕੁੱਲ ਮਿਲਾ ਕੇ ਜੇ ਸਾਇੰਟਿਸਟ ਨੇ ਚਲੋ ਇਹਦੇ ਬਾਰੇ ਆਪਣੀ ਸਟੇਟਮੈਂਟ ਦੇਣੀ ਹੈ ਜਿਹੜੀ ਕਿ ਅਗਲੇ ਦਿਨਾਂ ਦੇ ਵਿੱਚ ਆ ਜਾਏਗੀ। ਸੋ ਹੁਣ ਹੌਲੀ ਹੌਲੀ ਸਾਰਾ ਕੁਝ ਰਿਲੈਕਸ ਹੁੰਦਾ ਜਾ ਰਿਹਾ, ਲੱਗ ਇਹ ਵੀ ਰਿਹਾ ਵੀ ਜੇ ਇਹ ਓਮਿਕਰੋਨ ਦੀ ਥ੍ਰੈਟ ਜਿਹੜੀ ਆ ਖਤਮ ਹੁੰਦੀ ਆ ਤੇ ਭਾਰਤ ਸਰਕਾਰ ਨੇ ਜਿਹੜਾ ਉਹ ਟਾਲਿਆ ਸੀ ਨਾ ਫਲਾਈਟਸ ਵਾਲਾ 15 ਦਸੰਬਰ ਵਾਲਾ, ਉਹ ਸ਼ਾਇਦ ਦਸੰਬਰ ਨੇ ਕਿਸੇ ਜਨਵਰੀ 'ਚ ਦੁਬਾਰਾ ਨੋਰਮਲ ਕਰ ਦੇਣਗੇ, ਪਰ ਹੋ ਜਾਏਗਾ ਹੁਣ। ਤੇ ਇਸੇ ਤਰ੍ਹਾਂ ਜੀ ਵੀ ਸਾਡੇ ਫਿਰ ਜਦੋਂ ਇਹ ਸਾਰਾ ਕੁਛ ਇਹਨਾਂ ਨੇ ਬੰਦ ਕੀਤਾ ਸੀਗਾ ਵੀ ਅਫਰੀਕਾ ਦੇ 10 ਕੰਟਰੀਜ਼ ਤੋਂ ਫਲਾਈਟ ਕੈਨੇਡਾ ਦੇ ਵਿੱਚ ਆ ਨਹੀਂ ਸਕਦੀ, ਉੱਥੋਂ ਲੋਕ ਵੀ ਜਿਹੜੇ ਘੁੰਮ ਘੁਮਾ ਕੇ ਵੀ ਆਉਣਗੇ ਜਾਣੀ ਉਹਨਾਂ ਤੇ ਵੀ ਕਈ ਤਰ੍ਹਾਂ ਦੀਆਂ ਕੰਡੀਸ਼ਨਸ ਲਾਈਆਂ ਤੇ ਉਹਦੇ ਵਿੱਚ ਬਹੁਤ ਸਾਰੇ ਕੈਨੇਡੀਅਨ ਸਿਟੀਜ਼ਨ ਜਿਹੜੇ ਉੱਥੇ ਸਟਕ ਹੋ ਗਏ ਕਿਉਂਕਿ ਫਲਾਈਟਾਂ ਬੰਦ ਹੋ ਗਈਆਂ। ਮਤਲਬ ਕੈਨੇਡੀਅਨ ਸਿਟੀਜ਼ਨਸ ਨੂੰ ਆਉਣ ਤੋਂ ਤਾਂ ਨਹੀਂ ਰੋਕਿਆ ਗਿਆ, ਪਰ ਜਦੋਂ ਹੁਣ ਫਲਾਈਟ ਹੀ ਨਹੀਂ ਤੇ ਉਹ ਆਉਣ ਕਿੱਦਾਂ ਜੀ। ਤਦ ਕਰਕੇ ਫਿਰ ਹੁਣ ਇਹ ਅਰੇਂਜਮੈਂਟ ਕੀਤੇ ਗਏ ਆ ਵੀ ਜਿਹੜੇ ਕੈਨੇਡੀਅਨ ਉੱਥੇ ਸਾਊਥ ਅਫਰੀਕਾ ਦੇ ਵਿੱਚ ਇਹ ਰਿਸਟ੍ਰਿਕਸ਼ਨਸ ਕਰਕੇ ਸਟਕ ਹੋ ਗਏ ਨੇ ਵੀ ਉਹਨਾਂ ਲਈ ਉੱਥੋਂ ਜੋਹਾਨਸਬਰਗ ਤੋਂ ਕੇਪ ਟਾਊਨ ਤੋਂ ਲੁਫਥਾਂਸਾ ਦੀਆਂ ਫਲਾਈਟਸ ਜਿਹੜੀਆਂ ਵੀ ਵਾਇਆ ਫਰੈਂਕਫਰਟ ਤੇ ਉੱਥੋਂ ਫਿਰ ਏਅਰ ਕੈਨੇਡਾ ਇੱਧਰ ਕੈਨੇਡਾ ਵੱਲ ਨੂੰ ਜਾਣੀ ਕਿ ਚਲਾ ਕੇ ਉਹਨਾਂ ਨੂੰ ਲਿਆਂਦਾ ਜਾਵੇ ਤੇ ਫੈਸਿਲੀਟੇਟ ਕੀਤਾ ਜਾ ਰਿਹਾ। ਲੱਗ ਰਿਹਾ ਅਗਲੇ ਹਫ਼ਤੇ ਤੱਕ ਉਹ ਲੋਕ ਜਿਹੜੇ ਸਾਰੇ ਆ ਉੱਥੋਂ ਕੱਢ ਲੈ ਜਾਣਗੇ ਜੀ 13 ਦਸੰਬਰ ਤੱਕ। ਗੱਲ ਕਰਦੇ ਜੀ ਪਰਿਵਾਰਾਂ ਦੀ, ਜੌਲ ਸਾਹਿਬ ਕਈ ਪਰਿਵਾਰ ਵਾਂਝੇ ਨੇ, ਕਈ ਹਸਬੈਂਡਸ ਆਪਣੀ ਵਾਈਫ ਨੂੰ ਮਿਸ ਕਰ ਰਹੇ ਨੇ ਐਂਡ ਵਾਈਫਸ ਆਪਣੇ ਹਸਬੈਂਡਸ ਨੂੰ ਮਿਸ ਕਰ ਰਹੇ ਨੇ, ਕਈ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਨੇ, ਪਰ ਕਾਫੀ ਵੱਡੀ ਤਾਦਾਦ ਦੇ ਵਿੱਚ ਬੈਕਲੌਗ ਹੋਇਆ। ਇਹ ਚੰਦਰੀ ਕੋਵਿਡ ਨੇ ਰਿਸ਼ਤੇਦਾਰਾਂ ਨੂੰ ਥੋੜ੍ਹਾ ਜਿਹਾ ਦੂਰ ਕਰ ਦਿੱਤਾ ਹੈ ਐਂਡ ਟਾਈਮ ਪਾ ਦਿੱਤਾ ਹੈ। 2 ਸਾਲ ਹੋ ਚੁੱਕੇ ਨੇ, ਕਿੰਨੇ ਸਾਲ ਹੋਰ ਹੋਣ ਇਸ ਕੋਵਿਡ ਨੂੰ ਪਤਾ ਨਹੀਂ ਲੱਗ ਰਿਹਾ ਕਦੋਂ ਖਤਮ ਹੋਵੇਗਾ, ਪਰੰਤੂ ਜੋ ਬੈਕਲੌਗ ਹੋਇਆ ਹੈ ਜੀ ਇਮੀਗ੍ਰੇਸ਼ਨ ਦੇ ਵਿੱਚ ਉਹ ਕਾਫੀ ਅਪਸੈਟਿੰਗ ਹੈ ਜੀ। ਹਾਂ ਬਿਲਕੁਲ ਅਰਸ਼, ਇਸ ਤਰ੍ਹਾਂ ਤੇ ਦੇਖੋ ਕੈਨੇਡਾ ਹੈਗਾ ਕਰੋੜਾਂ ਲੋਕਾਂ ਦੇ ਦਿਲਾਂ ਦਾ ਸੁਪਨਾ ਜਿਹੜੇ ਕਿ ਅਜੇ ਕੈਨੇਡਾ 'ਚ ਨਹੀਂ ਹੈਗੇ। ਹੈ ਤਾਂ US ਚਲੋ ਵੀ ਸੁਪਨਾ ਹੀ ਆ, ਪਰ ਕੈਨੇਡਾ ਦਾ ਜਿਹੜੀ ਪਾਪੂਲੈਰਿਟੀ ਹੈ ਕਾਫੀ ਵਧੀ ਆ ਕਿਉਂਕਿ ਨੰਬਰ 1 ਦੇਸ਼ ਚੱਲ ਰਿਹਾ ਕਾਫੀ ਲੰਬੇ ਸਮੇਂ ਤੋਂ। ਪਰ ਹੁਣ ਇੱਥੇ ਆਉਣ ਤੋਂ ਬਾਅਦ ਤਾਂ ਚਲੋ ਅਸੀਂ ਕਈ ਤਰ੍ਹਾਂ ਦੇ ਬਹਾਨੇ ਕੱਢਦੇ ਹਾਂ, ਫਿਰ ਅਸੀਂ ਪ੍ਰਾਈਮ ਮਿਨਿਸਟਰ ਤੱਕ ਵੀ ਗੱਲ ਪੈਣ ਦੀ ਸਾਨੂੰ ਸੋਝੀ ਆ ਜਾਂਦੀ ਆ, ਉਹ ਗੱਲਾਂ ਵੱਖਰੀਆਂ ਨੇ। ਪਰ ਮਤਲਬ ਇੱਥੋਂ ਛੱਡ ਕੇ ਕਦੀ ਕੋਈ ਨਹੀਂ ਗਿਆ, ਸਾਰੀ ਧਰਤੀ ਦੇਖੀ ਆ, ਦੇਸ਼ਾਂ ਦੇ ਵਿੱਚ ਗਏ ਆ। ਕੈਨੇਡਾ ਨਾਲੋਂ ਵੀ ਜੇ ਕੋਈ ਵਧੀਆ ਦੇਸ਼ ਮੰਨ ਲਈਏ ਤੇ ਉਹ ਸਵਿਟਜ਼ਰਲੈਂਡ ਹੋਏਗਾ ਜਾਂ ਯੂਰਪ ਹੋਏਗਾ, ਮਤਲਬ ਨਾ ਜਿੱਥੇ ਹੋਰ ਬੈਟਰ ਮਤਲਬ ਕਿ ਆਰਗੇਨਾਈਜ਼ਡ ਲਾਈਫ ਹੈਗੀ ਆ, ਜ਼ਿਆਦਾ ਕੇਅਰ ਕੀਤੀ ਜਾਂਦੀ ਆ ਲੋਕਾਂ ਦੀ। ਉਹਨਾਂ ਦੇਸ਼ਾਂ 'ਚ ਵੀ ਤੁਹਾਨੂੰ ਲੋਕ ਮਿਲ ਜਾਣਗੇ, ਜਾਪਾਨ ਵਰਗਿਆਂ 'ਚ ਵੀ ਜਿਹੜੇ ਜਾਪਾਨ ਤੋਂ ਖੁਸ਼ ਨਹੀਂ, ਯਾਨੀ ਕਿ ਆਪਣੀ ਜਨਮ ਭੂਮੀ ਤੋਂ ਖੁਸ਼ ਹੀ ਨਹੀਂ, ਉਹ ਕਿਤੇ ਹੋਰ ਜਾਣਾ ਚਾਹੁੰਦੇ ਆ ਜੀ। ਬਿਲਕੁਲ
ਕਹਿਣ ਦਾ ਮਤਲਬ ਇਹ ਹੈ ਵੀ 100% ਕਿਤੇ ਕੁਛ ਨਹੀਂ ਆ। ਉੱਥੇ ਤੁਹਾਨੂੰ ਕੈਨੇਡਾ 'ਚ ਇੱਥੇ ਲੋਕ ਪੈਰ ਪੈਰ ਤੇ ਮਿਲ ਜਾਂਦੇ ਹੋ, ਕੱਖ ਨਹੀਂ ਜੀ, ਇਹ ਤਾਂ ਐਵੇਂ ਹੀ ਆ ਜੀ, ਹਨਾ। ਪਰ ਇੱਥੋਂ ਕਦੀ ਕੋਈ ਛੱਡ ਕੇ ਗਿਆ, ਕਿਉਂਕਿ ਏਅਰਪੋਰਟ ਨੂੰ ਕਿਹੜਾ ਉਹਨਾਂ ਨੇ ਜਿੰਦਾ ਲਾਇਆ ਵੀ ਜੇ ਕਿਸੇ ਨੂੰ ਪਸੰਦ ਨਹੀਂ ਤਾਂ ਮੁੜ ਕੇ ਨਹੀਂ ਜਾਣਾ, ਹਨਾ। ਇੱਦਾਂ ਇੱਥੇ ਜ਼ਬਰਦਸਤੀ ਤਾਂ ਕਿਸੇ ਨੂੰ ਰੱਖਦੇ ਹੀ ਨਹੀਂ। ਉਹਨਾਂ ਤੇ ਵਾਪਸ ਜਾਣ ਦੀ ਮਤਲਬ ਕੋਈ ਪੁੱਛ ਕੇ ਦੱਸ ਵੀ ਨਹੀਂ ਰੱਖੀ ਹੋਈ, ਪੁੱਛਣਾ ਹੀ ਆ ਵੀ ਤੁਸੀਂ ਚੱਲੇ ਕਿਉਂ ਆ। ਸੋ ਇਸ ਕਰਕੇ ਜੀ ਵੀ ਇਹ ਸੁਪਨਾ ਹੋਣ ਕਰਕੇ ਲੋਕ ਜਿਵੇਂ ਵੀ ਇੱਥੇ ਪੈਰ ਰੱਖ ਪਾਉਣ ਉਹ ਰੱਖ ਪਾਉਂਦੇ ਨੇ, ਪਾ ਰਹੇ ਨੇ। ਪਰ ਜਦੋਂ ਉਹਨਾਂ ਦੀਆਂ ਫਿਰ ਐਪਲੀਕੇਸ਼ਨ ਜਿਸ ਤਰ੍ਹਾਂ ਤੁਸੀਂ ਦੱਸਿਆ PR ਵਾਸਤੇ ਜਾਂ ਵੀਜ਼ਾ ਵਾਸਤੇ ਵੀ ਉਹ ਬੈਕਲੌਗ ਦੇ ਵਿੱਚ ਸਟਕ ਹੋ ਜਾਣ, ਸਾਲੋ ਸਾਲ ਜਾਣੀ ਫੈਮਿਲੀ ਜਿਹੜੀਆਂ ਉਹਨਾਂ ਨੂੰ ਸੈਪਰੇਟ ਰਹਿਣਾ ਪਵੇ, ਇਨ ਬਿਟਵੀਨ ਫਿਰ ਉਹਨਾਂ ਨੂੰ ਆਪਣੇ ਵੀਜ਼ਾਜ਼ ਪਰਮਿਟਸ ਜਿਹੜੇ ਰੀਨਿਊ ਕਰਾਉਣੇ ਪੈਂਦੇ ਆ, ਉਹਦੇ ਵਾਸਤੇ ਸਾਰੀ ਤਰ੍ਹਾਂ ਦੇ ਖਰਚੇ, ਫਿਰ ਫੀਸਾਂ ਤੇ ਵਕੀਲਾਂ ਦਾ ਤੇ ਸਭ ਕੁਛ। ਕੋਈ ਪਰਿਵਾਰ ਅੱਜ ਕੱਲ੍ਹ ਕੀ ਹੈ ਵੀ ਪਰਿਵਾਰ ਜਿਹੜੇ ਦੇਸ਼ਾਂ ਦੇ ਵਿੱਚ ਖਿਲਰੇ ਹੋਏ ਨੇ, ਅੱਧੇ ਕੋਈ ਕੈਨੇਡਾ ਬੈਠੇ ਨੇ, ਕੋਈ ਉੱਧਰ US ਦੇ ਵਿੱਚ ਨੇ, ਉਹ ਦੂਸਰੇ ਪਾਸੇ ਆਸਟ੍ਰੇਲੀਆ 'ਚ ਕੋਈ, ਹੈ ਨਾ ਜੀ, ਬਿਲਕੁਲ। ਪਰ ਉਹ ਹੁਣ ਫੈਮਲੀਜ਼ ਨੂੰ ਜਦੋਂ ਕੋਈ ਓਕੇਜ਼ਨਸ ਬਣਦੇ ਆ ਮਿਲੂਗਾ ਤੇ ਤਾਂ ਹੀ ਵਿਅਕਤੀ, ਜੇ ਉਹਦੇ ਕੋਲ ਜਾਣ ਕੇ ਮੁੜ ਕੇ ਆਉਣ ਦੀ ਕੋਈ ਮਤਲਬ PR ਹੋਊਗਾ ਜਾਂ ਮੁੜ ਕੇ ਆਉਣ ਦਾ ਕੋਈ ਰਸਤਾ ਹੋਊਗਾ। ਹੁਣ ਇੱਥੋਂ ਜਾਣ ਦਾ ਹੌਸਲਾ ਤੇ ਉਹਦਾ ਹੀ ਪੈਂਦਾ ਨਾ ਵੀ ਜਿਹਨੂੰ ਇਹ ਪਤਾ ਕਿਤੇ ਨਾ ਕਿਤੇ ਮੁੜ ਆਉਣਾ। ਤੇ ਜੇ ਸਦਾ ਵਾਸਤੇ ਇੱਥੋਂ ਜਾਣ ਦੀ ਗੱਲ ਹੋਵੇ ਸ਼ੁਰੂ ਤੋਂ, ਉਸੇ ਵੇਲੇ ਰੋਣੇ ਵਿਲਕਣੇ ਨਹੀਂ ਸ਼ੁਰੂ ਹੋ ਜਾਂਦੇ। ਇਸ ਕਰਕੇ ਇਹ ਆ ਜੀ ਵੀ ਉਹ ਹੁਣ PR ਦੀਆਂ ਜਿਹੜੀਆਂ ਐਪਲੀਕੇਸ਼ਨਸ ਆ, ਜਾਂ ਆਪਾਂ ਪਿੱਛੇ ਗੱਲ ਕੀਤੀ ਸੀ ਵੀ 18 ਲੱਖ ਦੇ ਕਰੀਬ ਜਿਹੜੀਆਂ ਐਪਲੀਕੇਸ਼ਨਸ ਆ ਉਹ ਬੈਕਲੌਗ ਦੇ ਵਿੱਚ ਹੈਗੀਆਂ ਜੀ। ਉਹਦੇ ਵਿੱਚ ਜਾਣੀ ਕਿ 4,60,65,000 ਉਹ ਐਪਲੀਕੇਸ਼ਨਸ ਵੀ ਆ ਜਿਹੜੀਆਂ ਕਿ ਲੋਕ PR ਤੋਂ ਬਾਅਦ ਸਿਟੀਜ਼ਨ ਬਣਨਾ ਚਾਹੁੰਦੇ ਆ, ਪਰ ਹਜੇ ਤੱਕ ਜਾਣੀ ਵੇਟ ਹੀ ਕਰੀ ਜਾ ਰਹੇ ਆ। ਹੁਣ ਇਹਦੇ 'ਚ ਜਿਹੜਾ ਬਹਾਨਾ ਬਹੁਤ ਪੁਰਾਣਾ ਇੱਕ ਘਸਿਆ ਪਿਟਿਆ ਹੀ ਹੋ ਗਿਆ ਹੁਣ, ਤੇ ਉਹ ਕੋਵਿਡ ਦਾ ਆ ਜੀ ਵੀ ਕੋਵਿਡ ਕਰਕੇ ਦਫ਼ਤਰ ਬੰਦ ਸੀ, ਇਨ ਪਰਸਨ ਸਰਵਿਸ ਬੰਦ ਸੀ, ਸਾਰਾ ਕੁਝ ਹੋ ਗਿਆ ਜੀ। ਪਰ ਹੁਣ ਉਹ ਹੌਲੀ ਹੌਲੀ ਚਲੋ ਇਸ਼ਾਰਾ ਦੇ ਰਹੇ ਆ ਜੀ ਵੀ ਅਸੀਂ ਪ੍ਰੋਸੈਸ ਵਧਾ ਦਿੱਤਾ, ਫੈਮਿਲੀ ਕਲਾਸ ਨੂੰ ਪ੍ਰਾਇਓਰਟੀ ਦੇ ਰਹੇ ਹਾਂ, ਵਰਕ ਪਰਮਿਟ ਜਿਹੜਾ ਕਿ ਐਗਰੀਕਲਚਰ ਦੇ ਵਿੱਚ ਹੋਵੇ, ਅਸੈਂਸ਼ੀਅਲ ਪ੍ਰੋਫੈਸ਼ਨ ਦੇ ਵਿੱਚ ਹੋਵੇ, ਜਿਸ ਵਿੱਚ ਹੈਲਥ ਕੇਅਰ ਵੀ ਆ ਜਾਂਦਾ, ਤੇ ਉਹਨਾਂ ਨੂੰ ਅਸੀਂ ਪ੍ਰਾਇਓਰਟੀ ਤੇ ਜਿਹੜਾ ਜੀ ਵੀ ਨਿਬੇੜ ਰਹੇ ਹਾਂ। ਤੇ ਫੈਮਿਲੀ ਕਲਾਸ ਤੇ ਨੈਚੁਰਲੀ ਵੀ ਪ੍ਰਾਇਓਰਟੀ ਤੇ ਰਹੇ ਹੀ ਨੇ। ਪਰ ਫਿਰ ਵੀ ਲੋਕ 3-3 ਸਾਲ ਜਦੋਂ ਵਿਚਾਰੇ ਪਰੇਸ਼ਾਨ ਹੋ ਜਾਂਦੇ, ਫਿਰ ਜਦੋਂ ਈਮੇਲ ਭੇਜਦੇ ਆ ਜਾਂ ਵੈਬ ਫਾਰਮ ਭਰਦੇ ਆ ਜਾਂ ਫੋਨ ਕਰਦੇ ਆ, ਕਈ ਘੰਟੇ ਹੋਲਡ ਕਰਕੇ ਬੈਠੇ ਰਹੋ। ਸੋ ਇਹਨਾਂ ਚੀਜ਼ਾਂ ਤੋਂ ਜਾਣੀ ਕਿ ਜਿਹੜਾ ਕੈਨੇਡਾ ਦਾ ਸੁਪਨਾ ਸੀਗਾ ਨਾ, ਉਹ ਫਿਰ ਲੋਕਾਂ ਦੇ ਮਨਾਂ 'ਚ ਹੌਲੀ ਹੌਲੀ ਡਾਈ ਡਾਊਨ ਹੋਣਾ ਸ਼ੁਰੂ ਹੋ ਜਾਂਦਾ। ਵਿਵਹਾਰ ਤੇ ਉਦਾਂ ਦਾ ਹੀ ਮਿਲ ਰਿਹਾ ਐਡਮਿਨਿਸਟ੍ਰੇਸ਼ਨ ਤੋਂ ਜਿੱਦਾਂ ਦਾ ਸਾਡੇ ਦੇਸ਼ ਵਿੱਚ ਸੀਗਾ ਜੀ, ਹਨਾ। ਤੇ ਇੱਥੇ ਵੀ ਜਾਣੀ ਕਿ ਹੁਣ ਹੁੰਗਾਰਾ ਕਾਫੀ ਮੱਠਾ। ਕਹਿਣ ਦਾ ਮਤਲਬ ਕਿ ਕੋਵਿਡ ਦੇ ਇਸ ਬਹਾਨੇ ਦੇ ਵਿੱਚ ਸਰਕਾਰੀ ਜੌਬਾਂ ਕਰਨ ਵਾਲੇ ਲੋਕ ਆ ਨਾ, ਜਿਹੜੇ ਵੀ ਉਹਨਾਂ ਦੀਆਂ ਤਨਖਾਹਾਂ ਤੇ ਬੈਨੀਫਿਟ ਤੇ ਚੱਲ ਹੀ ਰਹੇ ਆ, ਉਹ ਘਰੇ ਬੈਠੇ ਮਤਲਬ ਕੰਮ ਮਾੜਾ ਮੋਟਾ ਕਰ ਲੈਣ ਜਾਂ ਨਾ ਕਰ ਲੈਣ ਜੀ, ਉਹਦੇ ਕਰਕੇ ਜਿਹੜੀ ਕਸਟਮਰ ਸਰਵਿਸ ਆ ਨਾ, ਉਹਨੇ ਬਹੁਤ ਸਫਰ ਕੀਤਾ ਵੀ ਲੋਕਾਂ ਨੂੰ ਰਿਸਪੌਂਡ ਨਹੀਂ ਪ੍ਰੋਪਰਲੀ ਜਾਂ ਰਿਸਪੈਕਟਫੁਲੀ ਉਹਨਾਂ ਕੀਤਾ ਜਾਂਦਾ ਜਿੰਨਾ ਕਿ ਪਹਿਲੋਂ ਕਦੇ ਹੁੰਦਾ ਸੀਗਾ ਜੀ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਹੁਣ ਇਮੀਗ੍ਰੇਸ਼ਨ ਦੇ ਜੇ ਅਫੀਸ਼ੀਅਲ ਦੇ ਨਾਲ ਗੱਲ ਕਰੀਏ ਤੇ ਉਹਨਾਂ ਦਾ ਪੂਰਾ ਜ਼ੋਰ ਲੱਗਾ ਪਿਆ, ਪਰ ਐਪਲੀਕੇਸ਼ਨ ਦਾ ਰਸ਼ ਹੀ ਇੰਨਾ ਆ ਕਿ ਨਿਪਟਾਉਣ ਨੂੰ ਲੰਬੇ ਸਮੇਂ ਜਿਹੜਾ ਉਹ ਲੱਗਦਾ ਹੈ। ਬਹੁਤ ਵਾਰ ਜਦੋਂ ਵੈਬ ਫਾਰਮ ਵੀ ਲੋਕੀ ਭਰਦੇ ਆ ਤੇ ਉੱਥੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਜਵਾਬ ਕੀ ਦਈਏ, ਕਿਉਂਕਿ ਉਹਨਾਂ ਦੇ ਕੋਲ ਸਟੈਂਡਰਡ ਜਵਾਬ ਜਿਹੜੇ ਲਿਖੇ ਹੋਏ ਨੇ, ਉਹ ਈਮੇਲ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹ ਭੇਜ ਦੇਣੀ ਹੁੰਦੀ ਆ ਤੇ ਉਹਦੇ ਵਿੱਚ ਉਹੀ ਲਿਖਿਆ ਹੁੰਦਾ ਜੀ ਅਜੇ ਪ੍ਰੋਸੈਸ ਹੋ ਰਿਹਾ ਜੀ। ਬਿਲਕੁਲ। ਤੇ ਬਹੁਤ ਸਾਰੇ ਲੋਕ ਜਿਹੜੇ ਇਸ ਗੱਲੋਂ ਵੀ ਪਰੇਸ਼ਾਨ ਆ ਵੀ MP ਵੀ ਕੁਛ ਨਹੀਂ ਕਰ ਪਾ ਰਹੇ, ਹਨਾ। ਤੇ ਵੱਧ ਤੋਂ ਵੱਧ ਹੁੰਦਾ ਸੀਗਾ ਜ਼ੋਰ ਵੀ ਵਕੀਲ ਕੋਲ ਚਿੱਠੀ ਪਵਾਈਏ, MP ਦੇ ਕੋਲ ਜਾਈਏ, ਜਾਣੀ MP ਵੀ ਅਸਰਦਾਰ ਨਹੀਂ ਸਾਬਤ ਹੋ ਰਹੇ ਇਸ ਮਾਮਲੇ ਦੇ ਵਿੱਚ। ਇਹ ਵੀ ਲੋਕਾਂ ਦੀ ਸ਼ਿਕਾਇਤ ਆ। ਬਹੁਤ ਸਾਰੇ ਲੋਕਾਂ ਨੇ PNP ਜਿਹੜਾ ਉਹਨਾਂ ਦਾ ਨਿਕਲਣ ਤੋਂ ਬਾਅਦ ਡਰਾਫਟ ਫੇਰ ਜਿਹੜਾ ਐਪਲੀਕੇਸ਼ਨ ਲਾਈਆਂ ਹੋਈਆਂ ਪ੍ਰੋਵਿੰਸਿਸ ਦੇ ਵਿੱਚ, ਸਾਸਕਾਟੂਨ ਵਰਗੀ ਪ੍ਰੋਵਿੰਸ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਮੈਨੀਟੋਬਾ 'ਚ, ਇੱਥੇ ਓਨਟਾਰੀਓ ਦੇ ਵਿੱਚ, ਉਧਰ ਈਸਟਰਨ ਕੈਨੇਡਾ ਦੇ ਵਿੱਚ ਲੋਕਾਂ ਦੀਆਂ ਕਾਫੀ ਜਾਣੀ ਬੈਕਲੌਗ ਜਿਹੜਾ ਇਹ ਕੈਨੇਡਾ ਵਾਈਡ ਚੱਲ ਰਿਹਾ ਨਾ, ਇਹਦੇ ਕਰਕੇ ਥੋੜਾ ਜਿਹਾ ਫੈਮਿਲੀ 'ਚ ਪਰਿਵਾਰਾਂ ਦਾ ਜੀ ਕੈਨੇਡਾ ਪ੍ਰਤੀ ਰੋਸ ਹੈਗਾ ਵੀ ਜੇ ਸਾਨੂੰ ਟੈਂਪਰੇਰਲੀ ਆਉਣ ਦੀ ਇਜਾਜ਼ਤ ਦਿੱਤੀ ਸੀਗੀ ਵਰਕ ਪਰਮਿਟਸ ਤੇ, ਤੇ ਹੁਣ ਸਾਡੀਆਂ ਅਸੀਂ PR ਦੀਆਂ ਸਾਰੀਆਂ ਕੰਡੀਸ਼ਨਸ ਪੂਰੀਆਂ ਕਰਕੇ ਐਪਲੀਕੇਸ਼ਨ ਲਾਈਆਂ ਤੇ ਸਾਨੂੰ ਹੁਣ ਅੱਗੇ ਚੱਲਣ ਦਿਓ ਜੀ। 2 ਸਾਲ ਜਾਨੀ ਵੇਟਿੰਗ ਪੀਰੀਅਡ ਆ ਜਿਹੜਾ ਉਹਨਾਂ ਦਾ, ਉਹ ਕਾਫੀ ਪਰੇਸ਼ਾਨ ਨੇ। ਇਸ ਤਰ੍ਹਾਂ ਬਹੁਤ ਸਾਰੀਆਂ ਫੈਮਿਲੀਜ਼ ਹੈਗੀਆਂ। ਕੁਇਕਲੀ ਜੋਲ ਸਾਹਿਬ, ਸਾਡੇ ਕੋਲ ਟਾਈਮ ਹੋਣਾ ਹੀ ਹੈ ਜੀ। ਪੀਲ ਰੀਜਨ ਦੇ ਵਿੱਚ ਜੋ ਸਟ੍ਰਾਈਕ ਹੋ ਰਹੀ ਹੈ ਜੀ, ਇਸ ਦੇ ਵਿੱਚ ਜੋ ਸਟ੍ਰਾਈਕ ਦਾ ਤਾਂ ਹੈ ਹੀ ਹੈ, ਪਰ ਗਾਰਬੇਜ ਵੀ ਇਹਦੇ ਵਿੱਚ ਇੰਪੈਕਟ ਹੋ ਰਿਹਾ ਜੀ। ਯੈਸ, ਇਹ ਨਾ ਬਰੈਂਪਟਨ ਦੇ ਵਿੱਚ ਤੇ ਮੈਸੇਸਾਗਾ ਦੇ ਵੈਸਟ ਏਰੀਆ ਦੇ ਵਿੱਚ, ਖਾਸ ਤੌਰ ਤੇ ਬਰੈਂਪਟਨ ਵੈਸਟ ਵਿੱਚ ਵੀ, ਕੈਲੇਡਨ ਦੇ ਵਿੱਚ ਥੋੜਾ ਜਿਹਾ ਏਰੀਆ ਹੋ ਸਕਦਾ ਹੈ ਵੀ ਜਾਣੀ ਇਹ ਕੱਲ ਜਿਹੜੀ ਆ ਸਟ੍ਰਾਈਕ ਸ਼ੁਰੂ ਹੋਈ ਸੀਗੀ। ਇਹ ਗਾਰਬੇਜ ਚੁੱਕਣ ਵਾਲੇ ਜਿਹੜੇ ਘਰਾਂ ਦੇ ਮੂਹਰੇ ਆਪਾਂ ਡੱਬੇ ਰੱਖਦੇ ਹਾਂ ਵੀ ਉਹ ਲੈ ਕੇ ਜਾਂਦੇ ਨੇ, ਕੂੜਾ ਚੁੱਕ ਕੇ ਟਰੱਕ ਆਉਂਦਾ, ਉਹ ਟਰੱਕ ਕਈ ਇਲਾਕਿਆਂ ਦੇ ਵਿੱਚ ਲੇਟ ਪਹੁੰਚ ਰਿਹਾ। ਮਤਲਬ ਇਹ ਤਾਂ ਨਹੀਂ ਕਿਹਾ ਵੀ ਕੂੜਾ ਜਿਹੜਾ ਉਹ ਨਹੀਂ ਚੱਕਿਆ ਜਾਊਗਾ, ਚੱਕ ਹੋ ਰਿਹਾ ਜਿੰਨੀ ਕੁ ਪੋਸੀਬਿਲਿਟੀ ਹੈਗੀ ਆ। ਪਰ ਇਹ ਜਿਹੜੀ ਸਟ੍ਰਾਈਕ ਜਾਣੀ ਕਿ ਇਹਦੇ ਨਾਲ ਇੰਪੈਕਟ ਜ਼ਰੂਰ ਹੋਈਆਂ, ਸਰਵਿਸਿਜ਼ ਪ੍ਰਭਾਵਿਤ ਹੋਈਆਂ ਨੇ ਜੀ। ਤੇ ਕੁੱਲ ਮਿਲਾ ਕੇ ਜਾਣੀ ਕਿ ਇਹ ਆ ਜੀ ਵੀ ਇਹ ਕਿਹਾ ਗਿਆ ਲੋਕਾਂ ਨੂੰ ਕਿ ਜਿਹੜਾ ਤੁਹਾਡਾ ਗਾਰਬੇਜ ਹੈਗਾ, ਕੂੜਾ ਹੈਗਾ, ਵੇਸਟ ਹੈਗੀ ਆ, ਵੀ ਉਹਨੂੰ ਉਹ ਤੁਹਾਡਾ ਜਿਹੜਾ ਗ੍ਰੀਨ ਬਿਨ ਹੈ
ਤੇ ਬਰਾਊਨ ਬਿਨ ਹੈ ਵੀ ਉਹ ਗਾਰਬੇਜ ਤੁਸੀਂ ਆਮ ਰੱਖਣਾ ਆ, ਪਰ ਉਹਨੂੰ ਚੁੱਕ ਕੇ ਅੰਦਰ ਨਹੀਂ ਲਿਜਾਣਾ। ਜੇ ਉਹ ਲੇਟ ਹੋ ਜਾਣ ਤਾਂ ਯਾਨੀ ਕਿ ਪਿਆ ਰਹਿਣ ਦੇਣਾ ਬਾਹਰ, ਜਿੰਨੇ ਟਾਈਮ ਤੇ ਆ ਸਕਣਗੇ ਆ ਕੇ ਲੈ ਜਾਣਗੇ। ਪਰ ਦੂਸਰੇ ਪਾਸੇ ਜਿਹੜਾ ਰੀਸਾਈਕਲਿੰਗ ਅਸੀਂ ਕੋਈ ਨਾਲ ਹੋਰ ਵਾਧੂ ਘੱਟੂ ਚੀਜ਼ ਜਿਹੜੀ ਨਹੀਂ ਚਾਹੀਦੀ ਉਹ ਰੱਖ ਦੇਦੀ ਆ, ਉਹ ਨਹੀਂ ਹੱਲੇ ਰੱਖਣਾ ਹੈਗਾ। ਤੇ ਨਾ ਜਿਹੜੇ ਪੱਤੇ ਵਗੈਰਾ ਇਹ ਆਪਾਂ ਲਾਉਣ ਦੇ ਸਾਫ਼ ਕਰਕੇ ਅੱਜ ਕੱਲ੍ਹ ਲੋਕ ਰੱਖ ਰਹੇ ਆ ਤੇ ਉਹ ਵੀ ਨਹੀਂ ਉਹਨਾਂ ਨੇ ਹਾਲ ਦੀ ਘੜੀ ਚੱਕਣੇ ਹੈ। ਸੋ ਉਸ ਗਾਰਬੇਜ ਨੂੰ ਰੱਖ ਲਿਆ ਜਾਵੇ ਤੇ ਬਾਕੀ ਦਾ ਜਿਹੜਾ ਰੈਗੂਲਰ ਘਰ ਦਾ ਗਾਰਬੇਜ ਆ ਉਹ ਚੱਕ ਹੋ ਸਕਦਾ, ਪਰ ਡਿਲੇ ਜਿਹੜੀ ਆ ਉਹ ਹੋਣੀ ਸੰਭਵ ਹੈ। 4168953784 4168953784 ਤੁਸੀਂ ਜੌਲ ਸਾਹਿਬ ਦੇ ਨਾਲ ਇਹਨਾਂ ਦੇ WhatsApp ਗਰੁੱਪ ਦੇ ਵਿੱਚ ਐਡ ਹੋ ਕੇ ਜਿਹੜੇ ਫਾਸਟ ਟੂ ਫਾਸਟ ਫਰਸਟ ਨਿਊਜ਼ ਤੁਸੀਂ ਆਪਣੇ ਹੈਂਡ ਹੈਲਡ ਡਿਵਾਈਸ ਦੇ ਵਿੱਚ ਪੜ੍ਹ ਸਕੋਗੇ ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਜੇ ਤੁਹਾਡੇ ਕੋਈ ਪ੍ਰੋਬਲਮ ਇਮੀਗ੍ਰੇਸ਼ਨ ਫੈਮਿਲੀ ਪ੍ਰੋਬਲਮ ਤੁਹਾਨੂੰ ਕੋਈ ਲੱਗ ਰਿਹਾ ਹੈ ਕਿ ਤੁਹਾਨੂੰ ਹੈਲਪ ਦੀ ਲੋੜ ਹੈ ਤਾਂ 4168953784 ਤੇ ਕਾਲ ਕੀਤਾ ਜਾ ਸਕਦਾ ਹੈ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।